ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ। ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਤਹਿ ਤੱਕ ਜਾਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਇੰਸ਼ੋਰੈਂਸ ਬਾਬਤ ਸਲਾਹ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨਾ ਚਾਹੁੰਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਅੱਜ ਧਰਮਿੰਦਰ ਹੋਣੀ ਆਖਰੀ ਸਾਹ ਲਏ ਨੇ ਤੇ ਕਹਿੰਦੇ ਵੀ ਬੜੀ ਦੇਰ ਦੇ ਨਾਲ ਪਰਿਵਾਰ ਨੇ ਇਹ ਧੂ ਨਿਕਲ ਦਿੱਤੀ ਬਾਹਰ ਵੀ ਭਾਈ ਸੱਚੀਓ ਧਰਮਿੰਦਰ ਹੋਣਾ ਦੀ ਮੌਤ ਹੋ ਗਈ ਹੈ। ਪਾਇਓ ਜਰਾ ਚਾਨਣਾ ਇਹਨਾਂ ਦੇ ਕੈਰੀਅਰ ਦੇ ਉੱਪਰ। ਜੇਕਰ ਪੰਜਾਬ ਦੇ ਨਾਲ ਜੋੜ ਕੇ ਦੇਖਣਾ ਹੋਵੇ, ਬਾਲੀਵੁੱਡ ਤੱਕ ਦਾ ਸਫ਼ਰ ਦੇਖਣਾ ਹੋਵੇ, ਕੀ ਕੁਝ ਖੱਟਿਆ ਕੀ ਕੁਝ ਗਵਾਇਆ ਧਰਮਿੰਦਰ ਨੇ। ਧਰਮਿੰਦਰ ਨੇ ਬਹੁਤ ਕੁਝ ਖੱਟਿਆ ਗੁਰਪ੍ਰੀਤ। ਅਸਲ ਦੇ ਵਿੱਚ ਕੀ ਹੈ ਕਿ ਧਰਮਿੰਦਰ ਬਿਲਕੁਲ ਜਿੱਦਾਂ ਕਹਿ ਲਓ ਕਿ ਕੱਲਾ ਕੱਲਾਪਾ ਗਿਆ ਸੀਗਾ, ਕੋਈ ਗੋਡਫਾਦਰ ਕੋਈ ਕੁਛ ਨਹੀਂ, ਤੇ ਰਿਜੈਕਸ਼ਨ ਵੀ ਚੱਲੀ ਸੀਗੀ। ਮੈਂ ਬਹੁਤ ਲੰਮਾ ਸਮਾਂ ਪਹਿਲਾਂ ਇੱਕ ਜਗ੍ਹਾ ਤੇ ਪੜ੍ਹਿਆ ਸੀ, ਕਿਉਂਕਿ ਮੈਂ ਫਿਲਮਾਂ ਤੇ ਕ੍ਰਿਕਟ ਦਾ ਬੜਾ ਚਾਸਪੂ ਸੀ ਬਚਪਨ ਤੋਂ ਹੀ। ਤਾਂ ਉਹਦੇ 'ਚ ਧਰਮਿੰਦਰ ਨੂੰ ਰਿਜੈਕਸ਼ਨ ਦਿੱਤੀ ਗਈ ਸੀ ਇਹ ਕਹਿ ਕੇ ਕਿ ਤੇਰਾ ਫੇਸ, ਤੇਰਾ ਫਿਜ਼ੀਕ, ਤੇਰਾ ਫੁੱਟਬਾਲਰ ਵਰਗਾ, ਜਾ ਕੇ ਫੁੱਟਬਾਲ ਖੇਡਿਆ ਕਰ, ਫਿਲਮਾਂ ਵਗੈਰਾ ਤੇਰੇ ਵੱਸ ਦਾ ਰੋਗ ਨਹੀਂ ਹੈ। ਤਾਂ ਮਤਲਬ ਕਿ ਇੱਕ ਸਧਾਰਨ ਜਿਹੇ ਘਰਾਣੇ ਚੋਂ ਨਿਕਲ ਕੇ ਬੰਬੇ ਜਾਣਾ, ਫਿਰ ਪੈਰ ਜਮਾਉਣੇ, ਫਿਰ ਮਤਲਬ ਕਿ ਏਡੀਆਂ ਜ਼ਬਰਦਸਤ ਫਿਲਮਾਂ, ਫਿਰ ਲਗਾਤਾਰ ਲਗਾਤਾਰ ਕਈ ਸਾਲ ਇੰਡਸਟਰੀ ਦੇ ਵਿੱਚ ਮਤਲਬ ਕਿ ਕਾਇਮ ਰਹਿਣਾ ਬਹੁਤ ਵੱਡੀ ਗੱਲ ਸੀ। ਠੀਕ ਹੈ ਨਾ ਜੀ। ਸੋ ਗੱਲ ਇਹ ਆ ਕਿ ਧਰਮਿੰਦਰ ਨੇ ਰਾਜਨੀਤੀ ਵੀ ਕੀਤੀ, ਐਕਟਿੰਗ ਵੀ ਕੀਤੀ, ਸਭ ਕੁਝ ਕੀਤਾ, ਸਭ ਕੁਝ ਕੀਤਾ। ਤਾਂ ਮਤਲਬ ਕਿ ਰਾਜਨੀਤੀ ਦੇ ਵਿੱਚ ਤੇ ਇਹਨੇ ਸਨੀ ਦਿਓਲ ਵਾਂਗੂ ਬਈ ਜਿੱਦਾਂ ਕਹਿ ਲਈਏ ਕਿ ਬਦਨਾਮੀ ਖੱਟੀ, ਕਿਉਂਕਿ ਬੀਕਾਨੇਰ ਤੋਂ ਜਿੱਤ ਗਿਆ ਤੇ ਫਿਰ ਉੱਥੇ ਗਿਆ ਨਾ, ਲੋਕਾਂ ਨੇ ਪੋਸਟਰ ਲਾ ਦਿੱਤੇ, ਬੁਰਾ ਹਾਲ। ਮਤਲਬ ਕਿ ਇਦਾਂ ਦੀ ਰਾਜਨੀਤੀ ਦੀ ਪਾਰੀ ਵੀ ਰਹੀ ਆ। ਪਰ ਇੱਕ ਗੱਲ ਖਾਸ ਸੀ ਕਿ ਧਰਮਿੰਦਰ ਰੱਜ ਕੇ ਜੀਵਿਆ, ਰੱਜ ਕੇ ਜੀਵਿਆ। ਉਹ ਤੁਸੀਂ ਪਿੱਛੇ ਜਿਹੇ ਜਿਹੜੇ ਵਲੌਗ ਆਉਂਦੇ ਸੀ, ਮਤਲਬ ਕਿ ਫਾਰਮ ਹਾਊਸ ਤੇ ਰਹਿਣਾ ਕਰਨਾ, ਖਾਣ ਪੀਣ ਦਾ ਸ਼ੌਂਕੀ ਸੀ ਸ਼ੁਰੂ ਤੋਂ, ਤੇ ਉਦਾਂ ਹੀ ਮਤਲਬ ਕਿ ਜ਼ਿੰਦਗੀ ਨੂੰ ਜਿਉਣ ਵਾਲਾ ਇਨਸਾਨ ਬਣ ਕੇ ਚੱਲ ਵਸਿਆ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਜਿਹੜੀ ਮੇਰੇ ਮਨ ਦੇ ਵਿੱਚ ਵੀ ਹੈ, ਬਈ ਗੱਲ ਇਹ ਆ ਕਿ ਧਰਮਿੰਦਰ, ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਖਬਰ ਆਈ ਚੱਲ ਵਸਿਆ ਕੁਝ ਦਿਨ ਪਹਿਲਾਂ। ਮੈਂ ਵੀ ਸ਼ਰਧਾਂਜਲੀ ਦੀ ਪੋਸਟ ਸ਼ੇਅਰ ਕੀਤੀ, ਕਿਉਂਕਿ ਉਸ ਤੋਂ ਪਹਿਲਾਂ ਦੇਸ਼ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਸ਼ੋਕ ਜਤਾ ਚੁੱਕੇ ਸਨ। ਚਲੋ, ਪਰਿਵਾਰ ਨੇ ਡਿਨਾਈ ਕਰ ਦਿੱਤਾ ਤੇ ਮੈਂ ਮਾਫੀ ਸਹਿਤ ਉਸ ਪੋਸਟ ਨੂੰ ਵੀ ਜਿਹੜੀ ਸ਼ੇਅਰ ਕੀਤੀ ਸੀ, ਸ਼ਰਧਾਂਜਲੀ ਪੋਸਟ, ਮੈਂ ਰਿਮੂਵ ਕਰਤਾ। ਪਰ ਮੈਂ ਇੱਕ ਗੱਲ ਜਾਣਦਾ ਸਾਂ, ਇਹ ਗੱਲ ਮੈਂ ਮਤਲਬ ਕਿ ਤੈਅ ਮੰਨ ਕੇ ਚੱਲ ਰਿਹਾ ਸੀ ਕਿ ਧਰਮਿੰਦਰ ਬਾਰੇ ਅੱਜ ਨਹੀਂ ਕੱਲ ਖਬਰ ਆਈ ਲਓ। ਕਿਉਂ? ਕਿਉਂਕਿ ਇਹ ਸੇਮ ਕਹਾਣੀ ਜਿਹੜੀ ਹੈ ਰਾਜਵੀਰ ਜਵੰਦਾ ਦੇ ਕੇਸ 'ਚ ਆਪਾਂ ਵੇਖੀ ਸੀ। ਰਾਜਵੀਰ ਜਵੰਦਾ ਦੇ ਮਾਮਲੇ ਦੇ ਵਿੱਚ ਵੀ ਪਰਿਵਾਰ ਦੋ ਹਿੱਸਿਆਂ 'ਚ ਵੰਡਿਆ ਸੀ। ਇੱਥੇ ਵੀ ਜੇ ਤੁਸੀਂ ਵੇਖੋਗੇ ਤਾਂ ਧਰਮਿੰਦਰ ਨੂੰ ਲੈ ਕੇ ਸੰਨੀ ਦਿਓਲ ਦੀ ਬਾਡੀ ਲੈਂਗੁਏਜ, ਸੰਨੀ ਦਿਓਲ ਦਾ ਹਿਸਾਬ ਕਿਤਾਬ ਉਹ ਵੱਖਰਾ ਸੀ ਤੇ ਹੇਮਾ ਦਾ ਵੱਖਰਾ, ਕਿਉਂਕਿ ਇਹਦੇ ਤੇ ਪਰਿਵਾਰ ਹੀ ਦੋ ਸਨ।
ਧਰਮਿੰਦਰ ਦੇ। ਫਿਰ ਸਭ ਤੋਂ ਵੱਡੀ ਗੱਲ ਕਿ ਧਰਮਿੰਦਰ ਦੀ ਇੱਕ ਵੀਡੀਓ ਵਾਇਰਲ ਹੋ ਗਈ, ਜਿੱਥੇ ਮਤਲਬ ਕਿ ਪਰਿਵਾਰ ਬਹੁਤ ਮਤਲਬ ਕਿ ਕਹਿ ਲਓ ਸਕਤੇ ਦੇ ਵਿੱਚ ਆ, ਬੜਾ ਪਰੇਸ਼ਾਨ ਆ, ਤੇ ਧਰਮਿੰਦਰ ਵੈਂਟੀਲੇਟਰ ਤੇ ਲੱਗਾ। ਤੁਸੀਂ ਮੈਨੂੰ ਦੱਸੋ ਕਿ ਇੱਥੇ 19 ਸਾਲ ਦੇ ਬੰਦੇ ਦੀ ਵੈਂਟੀਲੇਟਰ ਤੋਂ ਰਿਕਵਰੀ ਬਹੁਤ ਔਖੀ ਹੁੰਦੀ ਆ, 90 ਸਾਲ ਦੇ ਬੰਦੇ ਦੀ ਰਿਕਵਰੀ ਕੀ ਹੋਣੀ ਆ? ਚਲੋ ਮੀਡੀਆ ਤੇ ਭੜਾਸ ਕੱਢੀ ਗਈ, ਬਹੁਤ ਮਤਲਬ ਕਿ ਉੱਚਾ ਨੀਵਾਂ ਬੋਲਿਆ ਗਿਆ, ਸਾਡੇ ਵਰਗਿਆਂ ਨੂੰ ਵੀ ਟਰੋਲ ਕੀਤਾ ਗਿਆ, ਹੋ ਜਾਂਦਾ। ਪਰ ਇਹ ਤੈਅ ਸੀ ਕਿ ਧਰਮਿੰਦਰ ਬਾਰੇ ਖਬਰ ਆਊਗੀ। ਮੈਂ ਰਾਜਵੀਰ ਜਵੰਦਾ ਵਾਲੇ ਮਾਮਲੇ 'ਚ ਦੇਖ ਚੁੱਕਾ ਸੀ, ਕਿਉਂਕਿ ਰਾਜਵੀਰ ਜਵੰਦਾ ਨਾਲ ਵੀ ਅਜਿਹਾ ਹੀ ਹੋਇਆ ਸੀਗਾ। ਪਰਿਵਾਰ ਦਾ ਇੱਕ ਹਿੱਸਾ ਜਿਹੜਾ ਸੀ ਉਹ ਸਹਿਮਤ ਸੀ ਕਿ ਰਾਜਵੀਰ ਜਵੰਦਾ ਬਾਰੇ ਸੱਚ ਪ੍ਰਵਾਨ ਕਰ ਲਈਏ। ਸ਼ਾਇਦ ਮੈਂ ਉਦੋਂ ਵੀ ਤੁਹਾਨੂੰ ਇਹ ਗੱਲਾਂ ਕਰਦਾ ਰਿਹਾ, ਤੇ ਇੱਕ ਪਰਿਵਾਰ ਦਾ ਹਿੱਸਾ ਸੀ ਜਿਹੜਾ ਕਹਿੰਦਾ ਸੀ ਨਹੀਂ ਚਾਂਸ ਲਿਆ ਜਾਣਾ ਚਾਹੀਦਾ, ਕੀ ਪਤਾ ਮੋੜਾ ਪੈ ਜਾਵੇ। ਓਬਵੀਅਸ ਹੈ, ਆਪਾਂ ਵੀ ਉਹਨਾਂ ਦੀ ਜਗ੍ਹਾ ਤੇ ਹੋਈਏ, ਸ਼ਾਇਦ ਆਪਾਂ ਵੀ ਇਹੋ ਗੱਲ ਸੋਚਾਂਗੇ। ਇਸ ਵਾਸਤੇ ਧਰਮਿੰਦਰ ਬਾਰੇ ਖਬਰ ਜਿਹੜੀ ਹੈ ਉਹ ਆਉਣੀ ਸੀ, ਕਿਉਂਕਿ 99-90 ਸਾਲ ਦਾ ਬਜ਼ੁਰਗ ਬੰਦਾ ਇਦਾਂ ਦੀ ਹਾਲਤ ਦੇ ਵਿੱਚ ਰਿਕਵਰ ਬਹੁਤ ਮੁਸ਼ਕਲ ਹੁੰਦਾ। ਪਰ ਫਿਰ ਵੀ ਧਰਮਿੰਦਰ ਦੀ ਫਿਲਮਾਂ 'ਚ ਪਾਰੀ ਬਹੁਤ ਵਧੀਆ ਰਹੀ, ਜ਼ਬਰਦਸਤ ਰਹੀ, ਹਰੇਕ ਤਰ੍ਹਾਂ ਦਾ ਰੋਲ ਕੀਤਾ, ਸੈਂਕੜੇ ਫਿਲਮਾਂ ਕੀਤੀਆਂ, ਖਾਸ ਤੌਰ ਤੇ ਸ਼ੋਲੇ ਫਿਲਮ ਜਿਹੜੀ ਹੈ ਉਹ ਤੇ ਯਾਦ ਰਹੇਗੀ ਹਮੇਸ਼ਾ। ਸ਼ੋਲੇ ਫਿਲਮ ਇੰਡਸਟਰੀ ਦੀ ਅਮਰ ਫਿਲਮ ਆ, ਤੇ ਉਸ ਅਮਰ ਫਿਲਮ ਦਾ ਹੀਰੋ ਧਰਮਿੰਦਰ ਉਹ ਸਦਾ ਯਾਦ ਰਹੇਗਾ। ਬਾਕੀ ਪੰਜਾਬੀ ਭਰਾ ਸੀਗਾ, ਠੀਕ ਆ। ਉਦਾਂ ਮਤਲਬ ਕਿ ਪੰਜਾਬ ਪ੍ਰਤੀ ਜੇ ਤੁਸੀਂ ਦੇਖੋਗੇ, ਠੀਕ ਹੈ, ਪਿਆਰ ਸਨੇਹ ਆਪਣੀ ਜਗ੍ਹਾ, ਪਰ ਜੋ ਕੁਝ ਕੀਤਾ ਜਾ ਸਕਦਾ ਸੀ ਸੰਨੀ ਦਿਓਲ ਮੈਂਬਰ ਪਾਰਲੀਮੈਂਟ ਬਣ ਕੇ, ਜਾਂ ਧਰਮਿੰਦਰ, ਉਹ ਸ਼ਾਇਦ ਮੇਰੇ ਖਿਆਲ ਦੇ ਨਾਲ, ਚਲੋ ਜਿਹੜੇ ਬੰਦੇ ਚਲੇ ਜਾਂਦੇ ਉਹਨਾਂ ਬਾਰੇ ਬਹੁਤਾ ਨਹੀਂ ਬੋਲਣਾ ਚਾਹੀਦਾ, ਪਰ ਮੇਰੇ ਖਿਆਲ ਦੇ ਨਾਲ ਉਹਨਾਂ ਕਰ ਨਹੀਂ ਸਕੇ ਜਿੰਨਾ ਕਰ ਸਕਦੇ ਸੀ। ਜੀ, ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਪੰਜਾਬ ਦੇ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਜੀ ਅੱਜ। ਹਾਂਜੀ, ਦੇਖੋ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਜੀ। ਹੁਣ ਜਿਹੜੀ ਇਹ ਵਿਧਾਨ ਸਭਾ ਦਾ ਸੈਸ਼ਨ ਕਹਿ ਲਓ ਕਿ ਜੋ ਇਹ ਪਰੰਪਰਾ ਇੱਕ ਨਵੇਂ ਸਿਰੇ ਤੋਂ ਪਾਈ ਗਈ ਆ, ਤਾਂ ਇਹਦੇ ਵਿੱਚ ਮਤਲਬ ਸਭ ਤੋਂ ਵੱਡੀ ਗੱਲ ਤੇ ਵਿਲੱਖਣ ਗੱਲ ਇਹ ਸੀ ਕਿ ਸਾਰੇ ਹੀ, ਚਾਹੇ ਵਿਰੋਧੀ ਧਿਰ ਦੇ ਵਿਧਾਨਕਾਰ ਹੋਣ ਤੇ ਚਾਹੇ ਸੱਤਾਧਾਰੀ ਧਿਰ ਦੇ, ਉਹ ਸਾਰੇ ਇੱਕ ਮਤ ਸਨ, ਇੱਕ ਸੁਰ ਸਨ, ਸਾਰੇ ਹਾਜ਼ਰ ਸਨ। ਤੇ ਗੱਲ ਇਹ ਹੈ ਕਿ ਮਤਲਬ ਇਹਨਾਂ ਨੇ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ। ਖੁਦ ਮੁੱਖ ਮੰਤਰੀ ਸਾਹਿਬ ਨੇ ਉੱਠ ਕੇ ਆਖਿਆ ਕਿ ਮੈਂ ਇਹਦੇ ਤੇ ਮਤਾ ਪਾਸ ਕਰਨਾ ਚਾਹੁੰਦਾ ਵਾਂ, ਤਾਂ ਮਤਾ ਪੇਸ਼ ਕਰਨਾ ਚਾਹੁੰਦਾ ਵਾਂ, ਤੇ ਫਿਰ ਪ੍ਰਵਾਨਗੀ ਦਿੱਤੀ ਸਪੀਕਰ ਸਾਹਿਬ ਨੇ, ਸੰਧਵਾ ਸਾਹਿਬ ਨੇ, ਤੇ ਅਖੀਰ ਚਲੋ ਸਹਿਮਤੀ ਦੇ ਨਾਲ ਇਹ ਮਤਾ ਪਾਸ ਹੋ ਗਿਆ। ਜੀ। ਹੁਣ ਇਹ ਜਿਹੜਾ ਦਰਜਾ ਦਿੱਤਾ ਗਿਆ, ਇਹਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਤੇ ਅੰਮ੍ਰਿਤਸਰ ਸ਼ਾਮਲ ਹੈ। ਪਹਿਲਾਂ ਸਿਰਫ ਅੰਮ੍ਰਿਤਸਰ ਦੇ ਗੋਲਡਨ, ਜੇ ਆਪਾਂ ਕਹੀਏ ਤਾਂ ਗਲਿਆਰਾ ਜਿਹੜਾ, ਸੌਰੀ, ਤਾਂ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਇਹਨਾਂ ਨੇ ਬਣਾਉਣ ਦਾ ਸ਼ਾਇਦ ਆਖਿਆ ਸੀਗਾ, ਪਰ ਬਾਅਦ ਦੇ ਵਿੱਚ ਵਿਧਾਨ ਸਭਾ ਸਪੀਕਰ ਸੰਧਵਾ ਨੇ ਸਪਸ਼ਟ ਕੀਤਾ ਕਿ ਇਸ ਦਾ ਮਤਲਬ ਵਾਲਡ ਸਿਟੀ ਹੈ। ਠੀਕ ਹੈ ਜੀ, ਇਹਨਾਂ ਜਗ੍ਹਾ ਤੇ ਸ਼ਰਾਬ ਮੀਟ ਤੇ ਤੰਬਾਕੂ ਦੀ ਜਿਹੜੀ ਵਿਕਰੀ ਆ ਉਹ ਨਹੀਂ ਹੋਵੇਗੀ। ਇਹ ਹੁਣ ਮਤਲਬ ਕਿ ਕਰੈਕਸ਼ਨ ਕੀਤੀ ਗਈ ਆ। ਜੇ ਤੁਸੀਂ ਵੇਖੋਗੇ ਸੰਧਵਾ ਸਾਹਿਬ ਦੇ ਐਕਸ ਅਕਾਊਂਟ ਤੇ, ਤਾਂ ਹੁਣੇ ਇਹ ਚੀਜ਼ ਕਲੀਅਰ ਕੀਤੀ ਗਈ ਆ, ਕਿਉਂਕਿ ਇਹ ਕਨਫਿਊਜ਼ਨ ਸੀ। ਵੈਸੇ ਹੁਣ ਇਹ ਇੱਕ ਬੜਾ ਵੱਡਾ ਵਿਸ਼ਾ ਹੈ ਕਿ ਜੇ ਵਰਲਡ ਸਿਟੀ ਕਿਹਾ ਜਾਂਦਾ ਤਾਂ ਇਹਦੇ ਵਿੱਚ ਕੀ ਪਰਿਭਾਸ਼ਾ ਹੋਏਗੀ, ਮੈਨੂੰ ਤੇ ਹੁਣ ਨਹੀਂ ਪਤਾ। ਪਰ ਪਿੱਛੇ ਜੇ ਆਪਾਂ ਖਬਰ ਕੀਤੀ ਸੀ, ਸ਼ਨੀਚਰਵਾਰ ਹੀ ਕੀਤੀ ਸੀ ਸ਼ਾਇਦ, ਕਿ ਅੰਮ੍ਰਿਤਸਰ ਨੂੰ ਹੋਲੀ ਸਿਟੀ ਦਾ ਦਰਜਾ ਦਿਵਾਉਣ ਵਾਸਤੇ ਇੱਕ ਪਟੀਸ਼ਨ ਵੀ ਪਾਈ ਹੋਈ ਆ, ਹਾਈ ਕੋਰਟ ਦੇ ਵਿੱਚ ਪਟੀਸ਼ਨ ਕਰਦਾ। ਖੈਰ, ਹੁਣ ਜਿਹੜੀ ਗੱਲ ਤੇ ਗਲਿਆਰੇ ਦੀ ਆ, ਗਲਿਆਰਿਆਂ ਦੇ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਵਰਜਿਤ ਚੀਜ਼ਾਂ ਨਹੀਂ ਵਿਕਦੀਆਂ, ਜਿਨ੍ਹਾਂ ਨੂੰ ਮੈਂ ਵੇਖਿਆ। ਮੈਂ ਤਲਵੰਡੀ ਸਾਬੋ ਵੀ ਗਿਆ, ਤਕਰੀਬਨ ਉਹ ਜਿਹੜਾ ਏਰੀਆ ਹੈ, ਮੈਂ ਤੇ ਦੇਖਿਆ ਨਹੀਂ ਕਿਤੇ ਕੋਈ ਹੋਵੇ, ਤੇ ਮੈਨੂੰ ਪਤਾ ਨਹੀਂ, ਪਰ ਮੈਂ ਜਿੰਨਾ ਕੁ ਦੇਖਿਆ ਅੰਮ੍ਰਿਤਸਰ ਗਲਿਆਰੇ ਚ, ਤੁਸੀਂ ਵੀ ਗੁਜ਼ਰੇ ਹੋਵੋਗੇ ਸ਼ਾਇਦ, ਤਾਂ ਉੱਥੇ ਤੇ ਇਦਾਂ ਦੀਆਂ ਚੀਜ਼ਾਂ ਹੈ ਨਹੀਂ। ਸ੍ਰੀ ਅਨੰਦਪੁਰ ਸਾਹਿਬ ਤੇ ਵੈਸੇ ਹੈ ਨਹੀਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੇ ਹੁਣ ਉਸੇ ਚੀਜ਼ ਨੂੰ ਹੀ ਤੁਸੀਂ ਪਰਿਭਾਸ਼ਿਤ ਕੀਤਾ ਨਵੇਂ ਸਿਰੇ ਤੋਂ, ਤੇ ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਿਰ ਤੁਹਾਡਾ ਜਿਹੜਾ ਹੈ ਨਾ ਉਹ ਕ੍ਰੈਡਿਟ ਲੈਣ ਵਾਲਾ ਹੀ ਆ ਕੰਮ, ਕਿ ਹਾਂ ਬਈ ਪਵਿੱਤਰ ਸ਼ਹਿਰ, ਉਹ ਤੁਸੀਂ ਮੀਡੀਆ ਦੇ ਵਿੱਚ
ਜਿਹੜਾ ਚਲਾਤਾ, ਫਿਰ ਤੁਸੀਂ ਉਹਨੂੰ ਕਰੈਕਟ ਵੀ ਕੀਤਾ ਹੈ, ਗਲਿਆਰੇ ਆ ਰਹੇ ਤਾਂ ਮਤਲਬ ਕਿ ਹਾਲੇ ਭੰਬਲ ਪੁਲਿਸ ਆ ਜਾਈ ਆ। ਤੇ ਜੇ ਗਲਿਆ ਅੱਜ ਸ਼ਾਇਦ ਪ੍ਰਗਟ ਸਿੰਘ ਹੋਰਾਂ ਨੇ ਇਸ ਗੱਲ ਤੇ ਜਵਾਬ ਵੀ ਦਿੱਤਾ ਉੱਠ ਕੇ ਜੀ। ਕਿ ਭਾਈ ਦੇਖੋ ਇਹ ਜਿਹੜੇ ਗਲਿਆਰੇ ਆ ਉਹਨਾਂ ਦੇ ਵਿੱਚ ਤੇ ਪਹਿਲਾਂ ਹੀ ਇਹਨਾਂ ਚੀਜ਼ਾਂ ਦੀ ਮਨਾਹੀ ਆ, ਪਹਿਲਾਂ ਹੀ ਜੀ, ਜੀ। ਮਨਾਹੀ ਹੈ। ਖੈਰ ਮਤਲਬ ਕਿ ਹੁਣ ਦੇਖੋ ਜਿਹੜੀ ਗੱਲ ਆ ਉਹ ਇਹੋ ਆ ਕਿ ਪੂਰਨ ਤੌਰ ਤੇ ਮੇਰੇ ਖਿਆਲ ਦੇ ਨਾਲ ਕਿਸੇ ਸ਼ਹਿਰ ਨੂੰ ਫਿਲਹਾਲ ਹੋਲੀ ਸਿਟੀ ਦਾ ਦਰਜਾ ਦੇਣ ਤੋਂ ਝਿਜਕਣਗੇ, ਜਾਂ ਉਹ ਜੇ ਦੇਣਗੇ, ਕਿਉਂਕਿ ਇਹ ਤਾਂ ਦੇਖੋ ਹੁਣ ਕੱਲ ਨੂੰ ਪਤਾ ਲੱਗੇਗਾ ਜਦੋਂ ਕੀ ਚੀਜ਼ ਨੋਟੀਫਾਈਡ ਹੁੰਦੀ ਹੈ। ਮੇਰੇ ਕੋਲ ਤੇ ਕਲੀਅਰ ਨਹੀਂ ਹੈ, ਮੈਂ ਤੇ ਆਪ ਭੰਬਲ ਭੁਲਸੇ ਚ ਆ ਕਿ ਜਿਸ ਜੀ, ਤਰ੍ਹਾਂ ਪਵਿੱਤਰ ਸ਼ਹਿਰ ਲਿਖੇ ਗਏ, ਪਵਿੱਤਰ ਸ਼ਹਿਰ ਦਾ ਮਤਲਬ ਹੁੰਦਾ ਕਿ ਤੁਸੀਂ ਪੂਰੇ ਸ਼ਹਿਰ ਨੂੰ ਪਵਿੱਤਰ ਐਲਾਨ ਦਿੱਤਾ। ਜੀ, ਤਾਂ ਕੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਪੂਰੇ ਦੇ ਵਿੱਚ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਸਿੱਖ ਧਰਮ ਦੇ ਵਿੱਚ ਤੇ ਵੈਸੇ ਵੀ ਵਰਜਿਤ ਨੇ, ਉਹਨਾਂ ਨੂੰ ਹਟਾ ਜੀ, ਦਿਓਗੇ? ਜੇ ਹਟਾਓਗੇ ਤਾਂ ਰੌਲਾ ਬਹੁਤ ਪਊਗਾ, ਕਾਰੋਬਾਰ ਜੁੜੇ ਹੋਏ ਨੇ, ਕਿਉਂਕਿ ਅੰਮ੍ਰਿਤਸਰ ਦੀ ਤਾਂ ਹੋਟਲ ਇੰਡਸਟਰੀ ਬਹੁਤ ਤਗੜੀ ਹੈ ਨਾ। ਜੀ, ਤਾਂ ਮਤਲਬ ਕਿ ਮੇਰੇ ਖਿਆਲ ਦੇ ਨਾਲ ਇਸ ਭੰਬਲ ਭੁਲਸੇ ਨੂੰ ਕਲੀਅਰ ਕਰਨ ਦਾ ਯਤਨ ਤੇ ਦਿੱਤਾ ਗਿਆ ਕੀਤਾ ਗਿਆ, ਪਰ ਇਹਨਾਂ ਹਲੇ ਹੋਇਆ ਨਹੀਂ ਕਿ ਜੇ ਤੱਕ ਤੁਸੀਂ ਸ਼ਹਿਰਾਂ ਦਾ ਦਰਜਾ ਦਿੱਤਾ ਤਾਂ ਠੀਕ ਆ, ਉਹਨੂੰ ਦੱਸ ਦਿਓ ਕਿ ਪੂਰੇ ਸ਼ਹਿਰਾਂ ਦੇ ਵਿੱਚ ਇਦਾਂ ਹੋਊਗਾ। ਜੇ ਇਕੱਲੇ ਗਲਿਆਰਿਆਂ ਦਾ ਤਾਂ ਗਲਿਆਰਿਆਂ ਦਾ ਆਲਰੇਡੀ ਸੀਗਾ, ਵਰਲਡ ਸਿਟੀ ਇੱਕ ਨਵਾਂ ਸ਼ਬਦ ਇਸਤੇਮਾਲ ਕਰ ਦਿੱਤਾ ਨੇ। ਮਤਲਬ ਜੀ, ਕਿ ਕੰਪਲੀਟਲੀ ਮੇਰੇ ਲਈ ਤੇ ਭੰਬਲ ਭੁਲ ਸਹੀ ਹੈ ਕਿ ਕਿਸ ਤਰ੍ਹਾਂ ਪਰਿਭਾਸ਼ਿਤ ਕਰੋਗੇ। ਤੇ ਦੂਜੀ ਗੱਲ ਇਹ ਹੈ ਕਿ ਅੱਜ ਵਧੀਆ ਸੀਗਾ ਇਹਨਾਂ ਦਾ ਇਹ ਤਹਈਆ, ਵਧੀਆ ਸੀ, ਮੈਂ ਇਸ ਨੂੰ ਮਾੜਾ ਨਹੀਂ ਕਵਾਂਗਾ। ਦੂਜੀ ਗੱਲ ਇਹ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਚਰਚਾ ਸੀ ਉਹਦੇ ਤੇ ਤਾਂ ਅੱਜ ਵਿਰਾਮ ਹੀ ਲੱਗਾ ਰਿਹਾ, ਮੈਨੂੰ ਲੱਗਦਾ ਕੋਈ ਐਲਾਨ ਨਹੀਂ ਕੀਤਾ ਦੇਰ ਸ਼ਾਮ ਤੱਕ। ਫਿਰ ਇਹ ਚਰਚਾ ਚੱਲਦੀ ਸੀ ਕਿ ਜੇ ਨਵਾਂ ਜ਼ਿਲ੍ਹਾ ਨਾ ਬਣਾਇਆ ਗਿਆ ਤਾਂ ਹੋ ਸਕਦਾ ਕਿ ਰੋਪੜ ਦਾ ਨਾਮ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖ ਦਿੱਤਾ ਜਾਵੇ। ਐਸਾ ਵੀ ਕੋਈ ਐਲਾਨ ਦੇਰ ਸ਼ਾਮ ਤੱਕ ਨਹੀਂ ਆਇਆ। ਤਾਂ ਮੋਟੇ ਤੌਰ ਤੇ ਖਬਰ ਜਿਹੜੀ ਆ ਉਹ ਇਹੋ ਹੀ ਬਣੀ ਕਿ ਜੀ ਸ਼ਹਿਰਾਂ ਨੂੰ ਦਰਜਾ ਦੇ ਦਿੱਤਾ। ਉਧਰ ਬਾਜਵਾ ਸਾਹਿਬ ਨੇ ਕਿਹਾ ਕਿ ਬਈ ਪੰਜਾਬ ਹੀ ਦਿੱਲੀ ਨੂੰ ਰੋਕ ਸਕਦਾ ਹੈ, ਮਤਲਬ ਕਿ ਪੰਜਾਬੀਆਂ ਨੂੰ ਪਰਖਿਆ ਜਾ ਰਿਹਾ ਹੈ। ਤਾਂ ਜੀ, ਉਹ ਜ਼ਾਹਰਾ ਜੀ ਗੱਲ ਹੈ ਕਿ ਕੁਝ ਪਿਛਲੇ ਦਿਨਾਂ ਦੀਆਂ ਜਿਹੜੀਆਂ ਵਿਵਾਦਤ ਚਿੱਠੀਆਂ ਪੱਤਰ ਨੋਟੀਫਿਕੇਸ਼ਨ ਵਗੈਰਾ ਤੇ ਉਹਨਾਂ ਤੇ ਗੱਲ ਕਰ ਰਹੇ ਸੀਗੇ। ਤੇ ਦੂਜੀ ਗੱਲ ਇਹ ਹੈ ਕਿ ਧਾਲੀਵਾਲ ਸਾਹਿਬ ਨੇ ਕਿਹਾ ਕਿ ਅੱਜ ਮਨੁੱਖੀ ਅਧਿਕਾਰਾਂ ਦੀ ਜੰਗ ਦਾ ਕਹ ਲਓ ਕਿ ਪ੍ਰਣ ਲੈਣਾ ਚਾਹੀਦਾ ਹੈ, ਮਨੁੱਖੀ ਅਧਿਕਾਰਾਂ ਦੀ ਜੰਗ ਜਿਹੜੀ ਆ ਉਹਦੇ ਵਾਸਤੇ। ਤਾਂ ਖੈਰ ਇਹ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਇਸ ਵੇਲੇ ਤੱਕ ਦੀ ਖਬਰ ਇਹੋ ਹੀ ਆ ਕਿ ਕੇਜਰੀਵਾਲ ਸਾਹਿਬ, ਮਾਨ ਸਾਹਿਬ, ਇਹਨਾਂ ਸਾਰਿਆਂ ਤੋਂ ਲੈ ਕੇ ਜਿੰਨੇ ਵਿਧਾਨਕਾਰ ਸਨ ਉਹ ਅੱਜ ਇੱਥੇ ਪਹੁੰਚੇ ਹੋਏ ਸਨ। ਬਾਕੀ ਕੁਝ ਵੀ ਆ ਚਲੋ ਆਲੋਚਨਾ ਸਰਕਾਰ ਦੀ ਚੱਲਦੀ ਰਹਿੰਦੀ ਹੈ, ਸਾਰਾ ਕੁਝ ਆ। ਇੱਕ ਗੱਲ ਤੇ ਮੇਰੇ ਖਿਆਲ ਦੇ ਨਾਲ ਤੁਸੀਂ ਵੀ ਮੰਨੋਗੇ ਕਿ ਜੀ, ਇਹਨਾਂ ਦਾ ਜਿਹੜਾ ਆਯੋਜਨ ਹੈ ਹੁਣ ਤੱਕ ਆਯੋਜਨ ਇਹਨਾਂ ਦਾ ਠੀਕ ਰਿਹਾ। ਚਲੋ ਜੀ, ਅਸਫਲਤਾ ਕਿੱਥੇ ਕਿੱਥੇ ਜਾਂ ਉਕਾਈ ਕਿੱਥੇ ਕਿੱਥੇ ਆ, ਕਮੀਆਂ ਪੇਸ਼ੀਆਂ ਬਾਅਦ ਦਾ ਐਨਾਲਿਸਿਸ ਹੁੰਦਾ ਹੈ। ਕੁਝ ਚੀਜ਼ਾਂ ਹੋਈਆਂ ਵੀ ਨੇ, ਹੋਰਡਿੰਗ ਵਗੈਰਾ ਇਹਨਾਂ ਨੇ ਬਹੁਤ ਲਾਏ ਤੇ ਕੁਝ ਗਲਤ ਥਾਵਾਂ ਤੇ ਵੀ ਲਾ ਦਿੱਤੇ ਗੁਰੂ ਸਾਹਿਬ ਦੀਆਂ ਫੋਟੋਆਂ ਸਮੇਤ। ਉਸ ਚੀਜ਼ਾਂ ਨੂੰ ਛੱਡ ਦਈਏ ਤਾਂ ਇਹਨਾਂ ਦਾ ਆਯੋਜਨ ਇੱਕ ਤੇ ਤੁਹਾਡੇ ਜਲੰਧਰ ਵਾਲੇ ਬਾਲੀ ਸਾਹਿਬ, ਜੀ, ਬੈਂਸ ਸਾਹਿਬ ਤੇ ਦੋ ਚਾਰ ਹੋਰ ਬੰਦੇ, ਇਹਨਾਂ ਨੇ ਆਯੋਜਨ ਸਫਲ ਕੀਤਾ। ਕਿਉਂਕਿ ਮੇਰੀ ਇੱਕ ਆਦਤ ਹੈ, ਜੋ ਚੀਜ਼ ਲੱਗਦੀ ਹੈ ਜਾਂ ਜੋ ਚੀਜ਼ ਸਾਨੂੰ ਰਿਪੋਰਟ ਹੁੰਦੀ ਹੈ ਤੇ ਮੈਂ ਉਹ ਕਹਿ ਦਿੰਦਾ ਹੁੰਦਾ ਕਿ ਕੰਮ ਬਹੁਤ ਵੱਡਾ ਸੀ, ਪਰ ਫਿਰ ਵੀ ਇਹਨਾਂ ਨੇ ਆਪਦਾ ਆਯੋਜਨ ਠੀਕ ਕੀਤਾ ਹੁਣ ਤੱਕ। ਬਾਕੀ ਕੱਲ ਨੂੰ ਭੋਗ ਪਾਏ ਜਾਣਗੇ, ਕੱਲ ਨੂੰ ਸਮਾਪਨ ਹੈ ਸਮਾਗਮਾਂ ਦਾ, ਤੇ ਫਿਰ ਪਤਾ ਲੱਗੇਗਾ ਜੀ ਕਿ ਕਿੱਥੇ ਕਿੱਥੇ ਕਮੀ ਪੇਸ਼ੀ ਰਹੀ ਆ। ਪਰ ਉਦਾਂ ਓਵਰਆਲ ਹੁਣ ਤੱਕ ਇਹਨਾਂ ਨੇ ਭੱਜ ਦੌੜ ਕਰਕੇ ਵਧੀਆ ਇੱਕ ਆਯੋਜਨ ਜਿਹੜਾ ਉਹ ਕੀਤਾ ਹੈ। ਜੀ। ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਚੰਡੀਗੜ੍ਹ ਵਾਲੇ ਮਾਮਲੇ 'ਚ ਕੇਂਦਰ ਨੇ ਪੈਰ ਪਿੱਛੇ ਪੱਟ ਲਿਆ ਜੀ। ਪਰ ਪੈਰ ਪਿੱਛੇ ਪੱਟਣ ਦੇ ਸਾਰ ਹੀ ਹਰੇਕ ਬੰਦਾ ਕ੍ਰੈਡਿਟ ਲੈਣ ਨੂੰ ਗਾਂਹ ਹੋ ਜਾਂਦਾ ਹੈ। ਕੌਣ-ਕੌਣ ਕ੍ਰੈਡਿਟ ਮਾਣ ਰਿਹਾ ਹੈ ਇਸ ਗੱਲ ਦਾ ਵੀ ਭਾਈ ਸਾਡੇ ਤੋਂ ਡਰਦੇ ਗਏ ਨੇ ਪਿੱਛੇ ਨੂੰ? ਨਹੀਂ ਦੇਖੋ, ਕ੍ਰੈਡਿਟ ਤੇ ਰਵਨੀਤ ਬਿੱਟੂ ਕਹੀ ਜਾਂਦਾ ਕਿ ਯਾਰ ਮੈਂ ਹੀ ਕਰਾਇਆ ਸਾਰਾ ਕੁਝ, ਦੱਸੋ ਕੀ ਬੰਦਾ ਕਰੇ। ਚਲੋ ਮੰਨ ਲੈਂਦੇ ਆ, ਦੇਖੋ ਇਹਨਾਂ ਨੇ ਕਰਵਾਇਆ ਹੋਏਗਾ ਤੇ ਇਹਦਾ ਮਤਲਬ ਇਹ ਹੈ ਕਿ ਜਦੋਂ ਉਹਨਾਂ ਨੇ ਇਹ ਫੈਸਲਾ ਕੀਤਾ ਉਦੋਂ ਤੁਹਾਡੇ ਤੋਂ ਪੁੱਛਿਆ ਨਹੀਂ। ਜੇ ਇੰਨੀ ਪੁੱਛ ਗਿੱਛ ਹੈ ਤੇ ਤੁਹਾਨੂੰ ਪੁੱਛ ਲੈਂਦੇ ਕਿ ਜੀ, ਬਿੱਟੂ ਸਾਹਿਬ ਤੁਸੀਂ ਵੀ ਕੇਂਦਰੀ ਵਜ਼ਾਰਤ ਦੇ ਵਿੱਚ ਜੇ, ਕਿ ਬਾਈ ਕਿੱਦਾਂ ਕਰੀਏ। ਤਾਂ ਮਤਲਬ ਕਿ ਠੀਕ ਆ, ਰਵਨੀਤ ਬਿੱਟੂ ਹੋਰੀ ਜ਼ੋਰ ਲਾਉਂਦੇ ਆ, ਜਾਖੜ ਸਾਹਿਬ ਮੈਦਾਨ 'ਚ ਹੀ ਨਿੱਤਰ ਆਏ ਸਨ ਉਹ ਤਾਂ, ਕਿ ਜੀ। ਬਾਈ ਭਾਜਪਾ ਦੀ ਜਿਹੜੀ ਪੰਜਾਬ ਇਕਾਈ ਆ ਉਹ ਇਸ ਫੈਸਲੇ ਦੇ ਨਾਲ ਨਹੀਂ ਹੈ। ਹੂੰ। ਪਰ ਰਵਨੀਤ ਬਿੱਟੂ ਹੋਰਾਂ ਨੂੰ ਪੁੱਛੇ
ਕਿ ਜਦੋਂ ਕੇਂਦਰੀ ਪੇ ਸਕੇਲ ਲਾਗੂ ਕੀਤਾ ਸੀ ਉਦੋਂ ਤੁਸੀਂ ਕਿਉਂ ਨਾ ਬੋਲੇ, ਜਦੋਂ ਉਹ ਜਿਹੜੀ ਹੈਗੀ ਸੀ ਮੋਸਟ ਸੀਨੀਅਰ ਆਈਐਸ ਦੀ ਜਿਹੜੀ ਪੋਸਟ ਸੀਗੀ ਐਡਵਾਈਜ਼ਰ ਟੂ ਗਵਰਨਰ, ਉਹਨੂੰ ਖਤਮ ਕੀਤਾ ਗਿਆ। ਜਦੋਂ ਇਹਨਾਂ ਨੇ ਸੈਂਟਰਲ ਕੈਡਰ ਦੇ ਬੰਦੇ ਸਿੱਧੇ ਭੇਜਣੇ ਸਟਾਰਟ ਕਰ ਦਿੱਤੇ ਜਿਹੜੇ ਪੀਸੀਐਸ ਜਾਂ ਐਚਸੀਐਸ ਦੇ ਬਰਾਬਰ ਆ, ਉਦੋਂ ਤੁਸੀਂ ਕਿਉਂ ਨਾ ਬੋਲੇ। ਜੀ ਜਦੋਂ ਐਮਏਐਚ ਨੇ ਇਹ ਕਰ ਦਿੱਤਾ ਕਿ 1.5 ਕਰੋੜ ਤੋਂ ਵੱਧ ਦਾ ਕੋਈ ਪ੍ਰੋਜੈਕਟ ਜਾਂ 1.5 ਕਰੋੜ ਦਾ ਪ੍ਰੋਜੈਕਟ ਜਿਹੜਾ ਹੈ ਫਾਈਨੈਂਸ ਨਾਲ ਜੁੜਿਆ ਕੋਈ ਅਧਿਕਾਰੀ ਪਾਸ ਹੀ ਨਹੀਂ ਕਰ ਸਕਦਾ ਚੰਡੀਗੜ੍ਹ ਦੇ ਵਿੱਚ, ਉਦੋਂ ਕਿਉਂ ਨਹੀਂ ਬੋਲੇ ਤੁਸੀਂ। ਜੀ ਇਹਦੇ ਆ 22 ਤੋਂ 25 ਦਾ ਮਤਲਬ ਕਿ ਸਾਰਾ ਮੈਂ ਤੁਹਾਨੂੰ ਦੱਸ ਰਿਹਾ, ਪਰ ਆਪਣੇ ਤੇ ਬਹੁਤੇ ਨੇਤਾਵਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਹ ਸਾਰਾ ਕੁਝ ਹੋਇਆ, ਇਹ ਸਾਰਾ ਕੁਝ ਕੀਤਾ ਗਿਆ। ਤਾਂ ਫਿਲਹਾਲ ਜੇ ਆਪਾਂ ਵੇਖੀਏ ਤਾਂ ਕਹਾਣੀ ਜਿਹੜੀ ਆ ਉਹ ਇਹੋ ਆ ਗੁਰਪ੍ਰੀਤ, ਕਿ ਮਾਮਲਾ ਉਹਨਾਂ ਨੇ ਹਾਲੇ ਲਮਕਾਇਆ, ਕੋਈ ਪੱਕੇ ਤੌਰ ਤੇ ਰੱਦ ਵੀ ਨਹੀਂ ਕੀਤਾ। ਉਹਨਾਂ ਦੀ ਤੁਸੀਂ ਜੇ ਵੇਖੋਗੇ ਭਾਸ਼ਾ ਜਿਹੜੀ ਆ ਪੱਤਰ ਦੀ, ਉਹ ਤੇ ਇਹੀ ਦੱਸਦੀ ਆ ਜਿੰਨਾ ਕੁ ਸਮਝੀਏ ਕਿ ਬਈ ਅਸਲ ਦੇ ਵਿੱਚ ਬਈ ਗੱਲ ਇਹ ਆ ਕਿ ਅਸੀਂ ਸਟੇਕ ਹੋਲਡਰਸ ਦੇ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਕਰਾਂਗੇ। ਤਾਂ ਮਤਲਬ ਕਿ ਇਹ ਅਸਲ 'ਚ ਜਿਹੜੀ ਭਾਜਪਾ ਦੀ ਆਦਤ ਹੈ ਨਾ, ਭਾਜਪਾ ਕਦੇ ਵੀ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਨਾ, ਕਦੇ ਵੀ ਇਹਨਾਂ ਚੀਜ਼ਾਂ ਤੋਂ ਬਾਜ ਨਹੀਂ ਆਉਂਦੀ। ਅਸਲ 'ਚ ਜਿਹੜੀ ਗੱਲ ਆਪਾਂ ਕਰਦੇ ਆ ਕਿ ਇਹਨਾਂ ਨੇ ਕਦੇ ਪੀਯੂ, ਕਦੇ ਕੁਛ ਇਦਾਂ ਇਹ ਕਰੀ ਜਾਣਾ ਹੁੰਦਾ ਹੈ। ਇਹਨਾਂ ਨੇ ਕੋਈ ਨਾ ਕੋਈ ਸਿੰਗੜੀ ਜਿਹੜੀ ਆ ਉਹ ਛੇੜਨੀ ਆ। ਤਾਂ ਇਸ ਵਾਸਤੇ ਇਹਨਾਂ ਨੇ ਜਿਹੜਾ ਫੈਸਲਾ ਕੀਤਾ ਆ, ਉਹ ਫੈਸਲਾ ਵਾਪਸ ਪੱਕੇ ਤੌਰ ਤੇ ਲੈ ਲਿਆ। ਮੈਂ ਐਸਾ ਮੰਨਣ ਨੂੰ ਤਿਆਰ ਨਹੀਂ ਆ। ਕਿਉਂ? ਕਿਉਂਕਿ ਤੁਹਾਨੂੰ ਮੈਂ ਇੱਕ ਯਾਦ ਕਰਾਉਣਾ ਘਟਨਾ, ਮੈਂ ਤਾਂ ਜ਼ਿਕਰ ਕੀਤਾ ਪਿਛਲੇ ਕੁਝ ਦਿਨਾਂ ਤੋਂ, ਕਿ ਜਦੋਂ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਤਾਂ ਤੁਰੰਤ ਉਹਨਾਂ ਨੇ ਕੀ ਕੀਤਾ ਸੀਗਾ 16 ਦੇ ਵਿੱਚ ਆ ਕੇ, 16 ਚ ਆ ਕੇ ਉਹਨਾਂ ਨੇ ਏਦਾਂ ਹੀ ਅੱਡ ਪ੍ਰਸ਼ਾਸਕ ਲਾਉਣ ਲਈ ਫੈਸਲਾ ਕਰ ਲਿਆ ਸੀ। ਉਦੋਂ ਕਾਲੀ ਤੇ ਭਾਜਪਾ ਭਾਈਵਾਲ ਸਨ ਪੰਜਾਬ 'ਚ, ਬਾਬੇ ਬਾਦਲ ਨੂੰ ਭੇਜਿਆ ਗਿਆ ਕਿ ਆਪਾਂ ਤੇ ਬੇਅਦਬੀਆਂ ਦੇ ਝੰਬੇ ਪਹਿਲਾਂ ਹੀ ਨਹੀਂ ਰਾਸ ਆ ਰਿਹਾ। ਫਿਰ ਉਹਨਾਂ ਨੇ ਜਾ ਕੇ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਨੂੰ ਮਨਾਇਆ, ਕਿਵੇਂ ਕੀਤਾ, ਤੇ ਉਦੋਂ ਫੈਸਲਾ ਵਾਪਸ ਲਿਆ ਸੀ। ਸੋ ਇਸ ਵਾਸਤੇ ਮੈਂ ਇਹ ਗੱਲ ਕਹਾਂਗਾ ਕਿ ਇਹਨਾਂ ਦਾ ਕੋਈ ਯਕੀਨ ਨਹੀਂ ਹੈਗਾ ਕਿਸੇ ਨਾ ਕਿਸੇ ਰੂਪ 'ਚ। ਹੁਣ ਦੇਖੋ 240 ਚ ਲਿਆਉਂਦੇ ਸੀ ਆਰਟੀਕਲ 240 ਚ, ਉਹਦੇ 'ਚ ਸਿੱਧਾ ਰਾਸ਼ਟਰਪਤੀ ਆ ਜਾਂਦਾ। ਹੁਣ ਰਾਸ਼ਟਰਪਤੀ ਵੀ ਇਹਨਾਂ ਦਾ ਤੇ ਰਾਜਪਾਲ ਵੀ ਇਹਨਾਂ ਦਾ, ਪਰ ਰਾਜਪਾਲ ਦੇ ਵਿੱਚ ਕੀ ਆ ਕਿ ਹਰਿਆਣੇ ਨੂੰ ਤਕਲੀਫ ਇਸ ਗੱਲ ਦੀ ਹੁੰਦੀ ਆ ਕਿ ਜਿਹੜਾ ਮੁੱਖ ਪ੍ਰਸ਼ਾਸਕ ਆ ਉਹ ਪੰਜਾਬ ਦਾ ਰਾਜਪਾਲ ਹੈ। ਪੰਜਾਬ ਦਾ ਇਹ ਨਾਮ ਹੀ ਨਹੀਂ ਆਉਣਾ ਚਾਹੀਦਾ। ਪ੍ਰੋਬਲਮ ਇਸ ਗੱਲ ਤੋਂ ਆ। ਹੋਰ ਆਰਟੀਕਲ 240 ਚ ਕੀ ਹੈ? ਕੁਝ ਵੀ ਨਹੀਂ, ਕਿਉਂਕਿ ਪ੍ਰਬੰਧ ਤਾਂ ਉਹਨਾਂ ਦੇ ਕੋਲ ਹੈ ਨਾ। ਯੂਟੀ ਯੂਨੀਅਨ ਟੈਰੀਟਰੀ 239 ਆਰਟੀਕਲ ਦੇ ਵਿੱਚ ਪ੍ਰਭਾਸ਼ਿਤ ਹੈ ਜੀ, ਉਹ ਲਾਗੂ ਆ। 240 ਦਾ ਮਤਲਬ ਇਹ ਹੁੰਦਾ ਕਿ ਰਾਸ਼ਟਰਪਤੀ ਦੇ ਤਹਿਤ ਆ ਜਾਊਗਾ, ਸਾਰੇ ਨਿਯਮ ਉਹ ਬਣਾ ਸਕਦਾ। ਤਾਂ ਉਹਦੇ ਚ ਪ੍ਰਬੰਧਕ ਇਹ ਜਿਹੜਾ ਹੈ ਉਹ ਮਤਲਬ ਕਿ ਐਲਜੀ ਲਾ ਦੇਣਗੇ ਜਾਂ ਕੋਈ ਹੋਰ ਕੁਝ ਕਰ ਸਕਦੇ ਆ। ਸੋ ਇਸ ਵਾਸਤੇ ਮੈਂ ਸਮਝਦਾ ਵਾਂ ਕਿ ਭਾਜਪਾ ਨੇ ਇਦਾਂ ਦੇ ਪੰਗੇ ਲੈਣੇ ਹੀ ਹੁੰਦੇ ਆ, ਕਿਉਂਕਿ ਹਰਿਆਣਾ ਜਿਹੜਾ ਉਸ ਨੂੰ ਤਕਲੀਫ ਇਸੇ ਗੱਲ ਦੀ ਆ ਕਿ ਪੰਜਾਬ ਦਾ ਗਵਰਨਰ ਕਿਉਂ ਪ੍ਰਸ਼ਾਸਕ ਹੈ। ਬਸ ਆਹ ਵਿਚਲੀ ਕਹਾਣੀ ਆ ਜੀ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਜਲੰਧਰ ਮਾਮਲਾ ਜਿਹੜਾ ਬਹੁਤ ਵੱਡਾ ਮਾਮਲਾ ਬਣ ਗਿਆ, ਤੇ ਇਸ ਮਾਮਲੇ ਨੂੰ ਹੁਣ ਸਰਕਾਰ ਨੇ ਜਦੋਂ ਇਹ ਕਹਿ ਦਿੱਤਾ ਹੈ ਕਿ ਫਾਸਟ ਟਰੈਕ ਹੋਵੇਗਾ ਨਿਆਂ, ਤਾਂ ਕੀ ਮੰਨੀਏ ਕਿੰਨੇ ਸਮੇਂ ਦੇ ਵਿੱਚ ਇਹ ਕੰਮ ਸਿਰੇ ਲੱਗ ਜਾਊਗਾ? ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਵੀ ਕੋਰਟ ਫਾਸਟ ਟਰੈਕ ਹੋਵੇਗੀ, ਉਸ ਤੋਂ ਪਹਿਲਾਂ ਚਲਾਨ ਪੇਸ਼ ਕਰਨਾ ਜਿਹੜਾ ਹੋਰ ਪ੍ਰੋਸੈਸ ਪੁਲਿਸ ਦਾ ਹੈ ਉਹ ਤਾਂ ਪੁਲਿਸ ਨੇ ਹੀ ਨਿਬੇੜਨਾ। ਪਰ ਫਿਰ ਵੀ ਜੇ ਇਹ ਕਹਿ ਦਿੰਦੀ ਹੈ ਸਰਕਾਰ ਇਹ ਕਰਨ ਨੂੰ, ਤਾਂ ਕੀ ਮੰਨਿਆ ਜਾਵੇ ਇਸ ਨੂੰ? ਨਹੀਂ ਗੁਰਪ੍ਰੀਤ ਜੀ, ਕੋਈ ਅਸੰਭਵ ਚੀਜ਼ਾਂ ਥੋੜੀ। ਇੱਥੇ ਭਾਰਤ ਦੇ ਇਤਿਹਾਸ ਦੇ ਵਿੱਚ ਟ੍ਰਾਇਲ ਕੁਝ ਹਫ਼ਤਿਆਂ 'ਚ ਹੀ ਨਿਬੜੇ ਨੇ ਜੀ। ਇਹ ਅਸੰਭਵ ਕੁਝ ਨਹੀਂ ਹੁੰਦਾ, ਕਿਉਂਕਿ ਪੁਲਿਸ ਨੇ ਚਲਾਨ ਵਗੈਰਾ ਜਿਹੜਾ ਉਹਦਾ ਰੋਜ਼ਮर्रा ਦਾ ਕੰਮ ਆ ਜੀ, ਜਾਂਚ ਪੜਤਾਲ ਮੁਕੰਮਲ ਕਰਕੇ ਤਾਂ ਜ਼ਰੂਰ ਹੋਣਾ ਵੀ ਚਾਹੀਦਾ। ਇਦਾਂ ਦੇ ਮਾਮਲੇ ਜਿਹੜੇ ਆ ਉਹ ਮੁਕੱਦਮੇ ਜਿਹੜੇ ਆ ਫਾਸਟ ਟਰੈਕ ਤੇ ਜਾਣੇ ਚਾਹੀਦੇ ਆ, ਕਿਉਂਕਿ 13 ਸਾਲ ਦੀ ਬੱਚੀ ਤੇ ਇਸ ਬੰਦੇ ਨੇ ਅਮਰਤ ਸ਼ੱਕ ਰੱਖਿਆ ਸੀਗਾ ਜੀ। ਫਿਰ ਦੋਨਾਂ ਪਰਿਵਾਰਾਂ ਦੀ ਸਾਂਝ ਸੀ, ਇਹਦੀ ਬੱਚੀ ਦੀ ਉਹ ਸਹੇਲੀ ਸੀ ਜੀ। ਬੱਚੀ ਦੀ ਮਤਲਬ ਕਿ ਇੰਨੀ ਜ਼ਿਆਦਾ ਪਰਿਵਾਰਕ ਸਾਂਝ ਸੀ ਇਹਨਾਂ ਦੇ ਨਾਲ ਕਿ ਇਹਦੇ ਪਿਓ ਦਾ ਸ਼ਾਇਦ ਬੇਲੀ ਵੀ ਸੀ, ਪਿਓ ਤਾਂ ਮਰ ਗਿਆ ਸੀ ਬੱਚੀ ਦਾ।
ਜੀ ਜੀ ਕਿੰਨਾ ਪਾਪ ਕੀਤਾ, ਯਾਰ ਮਾਰ ਵੀ ਕੀਤੀ, ਇੱਕ ਬੱਚੇ ਦੇ ਨਾਲ ਜੁਰਮ ਵੀ ਕੀਤਾ, ਬੱਚੇ ਦੇ ਨਾਲ ਜ਼ੁਲਮ ਕੀਤਾ, ਫਿਰ ਉਹਨੂੰ ਮਾਰਿਆ। ਜੀ ਹੁਣ ਰੇਪ ਹੋਇਆ ਕਿ ਅਟੈਂਪਟ ਹੋਈ ਆ, ਉਹ ਤੇ ਚਲੋ ਪੋਸਟਮਾਰਟਮ ਦੇ ਵਿੱਚ ਸਾਫ਼ ਹੋਏਗਾ, ਪਰ ਟ੍ਰਾਇਲ ਕੀਤਾ ਜਾ ਸਕਦਾ, ਔਰ ਟ੍ਰਾਇਲ ਹੋਏ ਨੇ ਅੱਗੇ ਕੁਝ ਹਫ਼ਤਿਆਂ ਦੇ ਅੰਦਰ ਅੰਦਰ। ਤਾਂ ਮੈਕਸਿਮਮ ਇਹਨਾਂ ਨੇ ਸ਼ਾਇਦ 3 ਮਹੀਨੇ ਕਿਹਾ, ਤੇ ਮੈਨੂੰ ਉਮੀਦ ਆ ਕਿ 3 ਮਹੀਨੇ ਚ ਹੋ ਸਕਦਾ, ਕਿਉਂਕਿ ਕੁਝ ਦਿਨਾਂ ਚ ਚਾਰਜ ਸ਼ੀਟ ਬਣ ਜਾਏਗੀ ਇਹਦੇ ਚ। ਇੱਕ ਮੁਲਜ਼ਮ ਜੀ ਆ, ਉਹ ਫੜਿਆ ਗਿਆ, ਜੀ ਮੌਕੇ ਦੇ ਐਵੀਡੈਂਸ ਹੈਗੇ ਨੇ, ਤਾਂ ਕੋਈ ਵੱਡੀ ਗੱਲ ਨਹੀਂ ਹੈ। ਇਹਨੂੰ ਸਾਬਤ ਵੀ ਕਰਨਾ ਚਾਹੀਦਾ ਤੇ ਵਿਗਿਆਨਕ ਤਰੀਕੇ ਦੇ ਨਾਲ, ਕਿਉਂਕਿ ਪੁਲਿਸ ਤੇ ਦਬਾਅ ਰਹੇਗਾ ਕਿ ਕੋਈ ਕਮੀ ਜੀ ਪੇਸ਼ੀ ਨਾ ਹੋਵੇ। ਤਾਂ ਹੋ ਸਕਦਾ ਹੈ, ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਭਗਤ ਜੀ ਜਿਹੜੇ ਇੱਥੋਂ ਦੇ ਸਥਾਨਕ ਵਸਿੰਦੇ ਨੇ, ਜਲੰਧਰ ਦੇ ਮੰਤਰੀ ਨੇ, ਜੀ ਉਹਨਾਂ ਨੇ ਕਿਹਾ ਕਿ ਅਸੀਂ ਫਾਸਟ ਟਰੈਕ ਨਿਆਂ ਕਰਾਂਗੇ, ਤੇ ਹੋਣਾ ਵੀ ਚਾਹੀਦਾ, ਪਰ ਇਹ ਸਾਰਿਆਂ ਵਾਸਤੇ ਹੋਣਾ ਚਾਹੀਦਾ ਫਾਸਟ ਟਰੈਕ। ਕਿ ਜੀ ਇੱਕ ਆਮ ਜਿਹੜੀ ਰੇਪ ਵਿਕਟਮ ਆ, ਉਹਨੂੰ ਨਿਆਂ ਨਹੀਂ ਚਾਹੀਦਾ ਵੇਲੇ ਸਿਰ? ਹੂੰ 10-10 ਸਾਲ, 20-20 ਸਾਲ। ਇੱਥੇ ਤੁਸੀਂ ਵੇਖੋ ਅਜਮੇਰ ਕਾਂਡ, ਉਹਗਾ ਪੋਤਰਿੰਗ ਵਾਲੀਆਂ ਹੋ ਗਈਆਂ, ਤੇ ਕੇਸ ਦੇ ਫੈਸਲੇ ਹਾਲੇ ਤੁਰੇ ਫਿਰਦੇ ਨੇ। ਉਹ ਜਿਹੜਾ ਜੀ ਸੈਕਸ ਸਕੈਮ ਸੀਗਾ, ਸ਼ਾਇਦ ਤੁਹਾਨੂੰ ਨਹੀਂ ਪਤਾ, 1990-91 ਚ ਨਿਕਲਿਆ ਸੀ ਜੀ ਅਜਮੇਰ ਕਾਂਡ, ਕਿਤੇ ਗੂਗਲ ਕਰਕੇ ਵੇਖਿਓ। ਤਾਂ ਮਤਲਬ ਕਿ ਇਹ ਸਾਰਿਆਂ ਵਾਸਤੇ ਚਾਹੀਦਾ ਜੀ, ਸਾਰਿਆਂ ਜੀ ਵਾਸਤੇ। ਉਹ ਸੈਕਸ ਕਾਂਡ ਕਾਂਡ ਕਹਿਣਾ ਸੀ, ਮੈਂ ਸਕੈਮ ਕਹਿ ਰਿਹਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਗੁਰਪ੍ਰੀਤ, ਸਾਰਿਆਂ ਨੂੰ ਹੀ, ਪੀੜਤਾਂ ਨੂੰ ਨਿਆਂ ਜਿਹੜਾ ਵੇਲੇ ਸਿਰ ਮਿਲਣਾ ਚਾਹੀਦਾ। ਪਰ ਕਿਉਂਕਿ ਇਹਦੇ ਤੇ ਹੁਣ ਸਰਕਾਰ ਜਿਹੜੀ ਉਹ ਕਰੇਗੀ, ਸਰਕਾਰ ਹਰ ਗੱਲ ਜਿਹੜੀ ਹੈ ਉਹ ਮੰਨੇਗੀ, ਉਹ ਮੇਰੇ ਖਿਆਲ ਦੇ ਨਾਲ ਠੀਕ ਆ। ਜਿਨ੍ਹਾਂ ਨੇ ਕਿਹਾ ਤਾਂ ਇਹਦੀ ਪਹਿਲਾਂ ਤੇ ਜਿਹੜੀ ਤਹਿਕੀਕਾਤ ਆ, ਇਨਵੈਸਟੀਗੇਸ਼ਨ ਆ, ਇਹ ਸਾਰਾ ਕੁਝ ਜਿਹੜਾ ਵਿਗਿਆਨਕ ਤਰੀਕੇ ਨਾਲ ਪੂਰਾ ਕਰਨ, ਤਾਂ ਕਿ ਕਾਹਲੀ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਹੋ ਜਾਵੇ। ਦਰਿੰਦਾ ਛੁੱਟਣਾ ਨਹੀਂ ਚਾਹੀਦਾ। ਜੀ ਜੀ ਤੋ ਇਸ ਤੋਂ ਅੱਗੇ ਗੱਲ ਕਰੀਏ ਤਾਂ ਉਧਰ ਕਾਂਗਰਸ ਦੇ ਦੀਵਾਨ ਵੀ ਹੋਏ ਨੇ ਸਰਗਰਮ। ਹਾਂਜੀ, ਦੀਵਾਨ ਸਾਹਿਬ ਆ ਗਏ ਨੇ ਮੈਦਾਨ 'ਚ। ਦੇਖੋ, ਜੀ ਦੀਵਾਨ ਸਾਹਿਬ ਗੈਰ ਸਰਗਰਮ ਸਨ, ਤੇ ਇਲਾਕਾ ਕਿਹੜਾ ਹੈ? ਜੀ ਇਲਾਕਾ ਹੈ ਲੁਧਿਆਣਾ ਵੈਸਟ, ਯਾਨੀ ਆਸ਼ੂ ਜੀ ਵਾਲਾ ਇਲਾਕਾ। ਤਾਂ ਉਹਦੇ ਵਿੱਚ ਜੀ ਦੀਵਾਨ ਸਾਹਿਬ ਜੇ ਸਰਗਰਮ ਹੋਏ ਨੇ, ਤੇ ਸਮਝੋ ਤੁਸੀਂ ਕਿ ਬਈ ਕਹਾਣੀਆਂ ਕੀ ਆ, ਕਿਉਂਕਿ ਤੁਹਾਨੂੰ ਪਤਾ ਰਾਜਾ ਵੜਿੰਗ ਤੇ ਆਸ਼ੂ ਜੀ ਦੀ ਨਹੀਂ ਬਣਦੀ। ਤਾਂ ਜੀ ਉੱਥੇ ਦੀਵਾਨ ਸਾਹਿਬ ਦੇ ਸਰਗਰਮ ਹੋਣ ਦਾ ਮਤਲਬ ਇਹ ਕਿ 2 ਇਲੈਕਸ਼ਨ ਲੜ ਚੁੱਕੇ ਤੇ ਹਾਰ ਚੁੱਕੇ, ਆਸ਼ੂ ਜੀ ਜੀ ਤੇ ਦਬਾਅ ਬਣੇਗਾ। ਉਹ ਤੇ ਆਪਣੇ ਫਿਰ ਪੁਰਾਣੇ ਸਾਥੀਆਂ ਨੂੰ ਚਾਹ ਤੇ ਬੁਲਾ ਰਹੇ, ਚਰਚੇ ਕਰ ਰਹੇ ਦੀਵਾਨ ਸਾਹਿਬ, ਪਵਨ ਦੀਵਾਨ। ਤੇ ਦੂਜੀ ਗੱਲ ਇਹ ਆ ਕਿ ਕਾਂਗਰਸ ਦੀ ਖਿੱਚਤਾਣ ਤੇ ਇਸ ਪੱਧਰ ਦੀ ਆ, ਜੇ ਤੁਸੀਂ ਵੇਖੋ ਕਿ ਕਿਉਂਕਿ ਤਲਵਾੜ ਸਾਹਿਬ ਲੁਧਿਆਣੇ ਚੋਂ ਪ੍ਰਧਾਨ ਬਣਾ ਦਿੱਤੇ ਗਏ ਨਾ, ਤਲਵਾੜ ਸਾਹਿਬ ਜਿਹੜੇ ਉਹ ਰਾਜਾ ਵੜਿੰਗ ਦੀ ਟੀਮ ਦੇ ਬੰਦੇ ਆ, ਜੀ ਤਾਂ ਪਵਨ ਦੀਵਾਨ ਨੂੰ ਵੀ ਥਾਪੀ ਹੋ ਗਏ। ਹੁਣ ਤੁਸੀਂ ਉੱਧਰ ਵੇਖੋ ਨਾ ਕਿ ਜਿਵੇਂ ਚੰਨੀ ਸਾਹਿਬ ਉਭਾਰ ਆਪਦਾ ਵਿਖਾ ਰਹੇ ਸਨ, ਤਾਂ ਤਿਵੇਂ ਤੁਸੀਂ ਦੇਖੋਗੇ ਕਿ ਡੈਨੀ ਸਾਹਿਬ ਨੇ, ਇਹਨਾਂ ਦੇ ਵਿੱਚ ਇੱਕ ਹੋਰ ਐਸੀ ਨੇਤਾ ਨੇ, ਉਹਨਾਂ ਨੂੰ ਵੀ ਉਭਾਰਨ ਦਾ ਯਤਨ ਇੱਕ ਧੜਾ ਕਰ ਰਿਹਾ ਜੀ। ਬਲਕਿ ਜੀ ਕਈ ਚੀਜ਼ਾਂ ਨੇ ਜਿਹੜੀਆਂ ਕਾਂਗਰਸ ਦੇ ਵਿੱਚ ਨੋਟੇਬਲ ਇਸ ਵੇਲੇ ਹੈਗੀਆਂ ਨੇ, ਜਿਵੇਂ ਵਾਪਰ ਰਹੀਆਂ ਨੇ। ਤੋ ਖੈਰ, ਇਹ ਕਸ਼ਮਕਸ਼ ਤੇ ਚੱਲਦੀ ਰਹੇਗੀ। ਨਵੀਂ ਗੱਲ ਲੁਧਿਆਣੇ ਤੋਂ ਇਹ ਵੀ ਸੁਣਨ ਨੂੰ ਮਿਲ ਰਹੀ ਆ ਕਿ ਕਿਸ਼ੋਰੀ ਜੀ, ਤੁਹਾਨੂੰ ਪਤਾ ਹੀ ਆ, ਅਮੇਠੀ ਤੋਂ ਉਹਨਾਂ ਨੇ ਇਤਿਹਾਸ ਰਚ ਦਿੱਤਾ ਸੀਗਾ, ਗਾਂਧੀ ਫੈਮਿਲੀ ਜੀ ਦੇ ਖਾਸਮ ਖਾਸ ਆ, ਉਹਨਾਂ ਨੇ ਇਲੈਕਸ਼ਨ ਲੜਿਆ ਸੀਗਾ, ਉਹ ਜਿੱਤ ਗਏ ਸਨ। ਤਾਂ ਕੁਝ ਜੀ ਬੰਦੇ ਯਾਨੀ ਲੁਧਿਆਣੇ ਇਲਾਕੇ ਦੇ ਕਿਸ਼ੋਰੀ ਤਾਊ ਦੇ ਨੇੜੇ ਤੇੜੇ ਘੁੰਮ ਰਹੇ ਨੇ। ਜੀ ਉਹ ਜਿਵੇਂ ਗਾਣਾ ਹੈ ਨਾ, ਮੌਲਾ ਮੇਰੀ ਲਿਫਟ ਕਰਾ ਦੇ, ਵੀ ਹੂੰ ਉਹ ਕਹਿੰਦੇ ਕਿ ਕਿਸ਼ੋਰੀ ਤਾਇਆ ਸਾਡੀ ਲਿਫਟ ਕਰਾ ਦੇ, ਇਸੇ ਤਰੀਕੇ ਜੀ ਨਾਲ, ਕਿਉਂਕਿ ਉਹ ਬਹੁਤ ਨੇੜੇ ਨੇ ਗਾਂਧੀ ਫੈਮਿਲੀ ਦੇ। ਸੋ ਇਸ ਵਾਸਤੇ ਗੋਟੀਆਂ ਫਿੱਟ ਕਰਨ ਦਾ ਯਤਨ ਜਿਹੜਾ ਹੈ ਉਹ 4 ਚੁਫੇਰੇ ਹੋ ਰਿਹਾ ਹੈ। ਹੁਣ ਦੇਖੋ ਕਿਹਦੀ ਕਿਹਦੀ ਗੋਟੀ ਟਿਕਾਣੇ ਲੱਗਦੀ ਆ। ਜੀ ਸ਼ਹਿਮਾਤ ਦੀ ਖੇਡ ਹੁੰਦੀ ਹੈ ਨਾ, ਕਾਂਗਰਸ ਦੀ ਅੰਦਰੂਨੀ ਪੋਲਿਟਿਕਸ ਵੀ ਇਸੇ ਤਰ੍ਹਾਂ ਹੀ ਚੱਲਦੀ ਹੈ। ਪਰ ਕਾਂਗਰਸ, ਜੇ ਆਪਾਂ ਮੋਰਓਵਰ ਦੇਖੀਏ ਪੂਰੇ ਦੇਸ਼ ਦੇ ਰਾਜਨੀਤਿਕ ਨਕਸ਼ੇ ਤੇ, ਤਾਂ ਉਹ ਸੰਕਟਾਂ ਦੇ ਵਿੱਚ ਫਸੀ ਹੈ। ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ, ਕਾਂਗਰਸ ਇੱਕ ਅੰਦਰੂਨੀ ਕਲੇਸ਼ ਤੇ ਨਾਮੀ ਸੰਕਟ ਦੇ ਨਾਲ ਹਮੇਸ਼ਾ ਜੂਝਦੀ ਰਹਿੰਦੀ ਹੈ। ਤਾਂ ਇਸ ਵੇਲੇ ਵੀ ਆਪਾਂ ਜੇ ਵੇਖੀਏ ਤਾਂ ਧੜੇਬੰਦੀ ਸਾਫ਼ ਤੌਰ ਤੇ ਉਜਾਗਰ ਹੈ। ਜੀ ਅਗਲੀ ਗੱਲ ਕਰੀਏ ਤਾਂ ਉਧਰ ਭੁੱਲਰ ਨੇ ਵੀ ਖੇਡਿਆ ਕਹਿੰਦੇ ਵੱਡਾ ਪੱਤਾ। ਹਾਂਜੀ, ਭੁੱਲਰ ਨੇ ਆਪਣੀ ਗ੍ਰਿਫਤਾਰੀ ਨੂੰ ਹੀ ਚੈਲੰਜ ਕਰ ਦਿੱਤਾ ਹੈ, ਤੇ ਜੀ ਉਹ ਗ੍ਰਿਫਤਾਰੀ ਜੇ ਰੱਦ ਹੋ ਗਈ ਤੇ ਆਪਣੇ ਆਪ ਹੀ ਮਾਮਲਾ ਡਿੱਗ ਪੈਂਦਾ ਹੁੰਦਾ ਹੈ। ਜੀ ਦੇਖੋ ਨਾ, ਅਕਾਲੀ ਦਲ ਦੇ ਆਈਟੀ ਹੈਡ ਨੂੰ ਇਹਨਾਂ ਨੇ ਚੁੱਕਿਆ, ਉਹਨਾਂ ਨੇ ਕੀ ਕੀਤਾ, ਆਪਾਂ ਸਾਰੀ ਗੱਲ ਵਿਸਤਾਰ ਨਾਲ ਦੱਸੀ ਸੀ ਨਾ, ਕਿ ਉਹ ਗ੍ਰਿਫਤਾਰੀ ਨੂੰ ਚੈਲੰਜ ਕਰਕੇ ਬਹਿ ਗਏ, ਤੇ ਚੈਲੰਜ ਉਹਨਾਂ ਦਾ ਸਾਬਤ ਹੋ ਗਿਆ। ਚਲੋ,
ਤਾਂ ਜੀ ਇੱਧਰ ਹੁਣ ਭੁੱਲਰ ਨੇ ਵੀ ਆਪਣਾ ਪਤਾ ਖੇਡ ਦਿੱਤਾ ਹੈ ਤੇ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਗਿਆ ਕਿ ਗ੍ਰਿਫਤਾਰੀ ਨਿਯਮਾਂ ਦੇ ਮੁਤਾਬਕ ਨਹੀਂ ਹੋਈ। ਵੀ ਜੀ ਪਹਿਲਾਂ ਤੇ ਇਹ ਆ ਕਿ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਹੈ ਜਿਹੜਾ, ਉਹਦੇ ਮਤਲਬ ਕਿ ਜੋ ਪ੍ਰੋਵੀਜ਼ਨ ਹੈ ਸੀਬੀਆਈ ਨੂੰ ਕਿ ਕੰਸੈਂਟ ਲੈਣਾ ਬਣਦਾ ਸੀ ਪੰਜਾਬ ਸਰਕਾਰ ਦਾ, ਜੋ ਨਹੀਂ ਲਿਆ ਗਿਆ। ਫਿਰ ਚੰਡੀਗੜ੍ਹ ਦੇ ਵਿੱਚ ਕੇਸ ਦਰਜ ਨਹੀਂ ਸੀ ਹੋ ਸਕਦਾ ਕਿਉਂਕਿ ਜਿਹੜੀ ਉਹ FIR ਬੱਤੇ ਵਾਲੀ, ਤਾਂ ਜੀ ਉਹ ਪੰਜਾਬ ਦੇ ਵਿੱਚ ਹੈ। ਤਾਂ ਜੀ ਪਰਮਿਸ਼ਨ ਇਹਨਾਂ ਨੇ ਲਈ ਨਹੀਂ, ਕੰਸੈਂਟ ਇਹਨਾਂ ਨੇ ਲਿਆ ਨਹੀਂ। ਤਾਂ ਮਤਲਬ ਕਿ ਇਸ ਤਰ੍ਹਾਂ ਇਹਨਾਂ ਨੇ ਦਲੀਲਾਂ ਦਿੱਤੀਆਂ ਨੇ ਕਿ ਬਈ ਕੋਲੋਂ ਇਹਨਾਂ ਦੇ ਕੋਈ ਰਿਕਵਰੀ ਨਹੀਂ ਹੋਈ। ਲੀਗਲ ਟੀਮ ਦਾ ਕਹਿਣਾ ਇਹ ਆ ਕਿ CBI ਨੂੰ ਸਹਿਮਤੀ ਦੇਣ ਵਾਲਾ ਨੋਟੀਫਿਕੇਸ਼ਨ ਸਰਕਾਰ ਨੇ ਵਾਪਸ ਲਿਆ ਸੀ। ਇਹ ਉਸ ਵੇਲੇ ਦੀਆਂ ਗੱਲਾਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸਨ, ਉਦੋਂ ਕੰਸੈਂਟ ਵਾਪਸ ਲੈ ਲਿਆ ਸੀਗਾ। ਤਾਂ ਗੱਲ ਜੀ ਹੁਣ ਇੱਥੇ ਜੇ ਆ ਕੇ ਟਿੱਕੀ ਆ ਗੁਰਪ੍ਰੀਤ, ਕਿ ਜੇਕਰ ਗ੍ਰਿਫਤਾਰੀ ਡਿੱਗ ਪਈ ਤਾਂ ਸਮਝ ਲਓ ਮਾਮਲਾ ਹੀ ਡਿੱਗ ਪਿਆ, ਫਿਰ ਤੇ CBI ਦੀ ਬੜੀ ਫਜ਼ੀਅਤ ਹੋਏਗੀ। ਤੇ ਹੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭੁੱਲਰ ਦੀ ਤੇ ਫਿਰ ਲਾਟਰੀ ਨਿਕਲਣਾ ਹੀ 5-7 ਕਰੋੜ ਵਾਲੀ, ਸਮਝ ਲਓ ਜੀ ਇੰਨਾ ਲੱਕ ਕੰਮ ਕਰੇਗਾ। ਤੇ ਜੇ ਗ੍ਰਿਫਤਾਰੀ, ਜਿਵੇਂ ਕਿ ਆਪਾਂ ਵੇਖਿਆ ਜਿੱਥੇ ਟ੍ਰਾਇਲ ਚੱਲਣਾ ਹੈ, ਉਸ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਸੀਗਾ HS ਭੁੱਲਰ ਨੂੰ, ਤਾਂ ਉਦੋਂ ਵੀ ਇਹਨਾਂ ਨੇ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਸੀ। ਪਰ ਜੀ ਉੱਥੇ CBI ਨੇ ਦਲੀਲਾਂ ਦਿੱਤੀਆਂ ਸਨ ਕਿ ਸਾਡਾ ਅਧਿਕਾਰ ਖੇਤਰ ਬਣਦਾ ਹੈ। ਉਹਨਾਂ ਨੇ ਉਸ ਕੋਰਟ ਨੂੰ ਕਨਵਿੰਸ ਕਰ ਲਿਆ ਸੀ। ਜੇ ਹੁਣ ਮੰਨ ਲਓ ਹਾਈ ਕੋਰਟ ਨੂੰ ਵੀ ਉਹ ਸਹਿਮਤ ਕਰ ਲੈਂਦੇ ਨੇ CBI ਵਾਲੇ, ਤਾਂ ਇਹਦਾ ਮਤਲਬ ਹੈ ਕਿ ਫੇਰ ਭੁੱਲਰ ਵਾਸਤੇ ਚਾਰਾ ਤੇ ਇਹੋ ਰਹਿ ਜਾਏਗਾ, ਬਚੇਗਾ ਕਿ ਜਾਂ ਤੇ ਸੁਪਰੀਮ ਕੋਰਟ ਜਾਵੇ ਤੇ ਜਾਂ ਫਿਰ ਟ੍ਰਾਇਲ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲਵੇ। ਤਾਂ ਗੱਲਾਂ ਇੱਥੇ ਜੇ ਆ ਕੇ ਠਹਿਰਦੀਆਂ ਕਿ ਹੁਣ ਆਰ ਜਾਂ ਪਾਰ, ਜਾਂ ਤਾਂ ਗ੍ਰਿਫਤਾਰੀ ਜਿਹੜੀ ਹੈ ਉਹ ਰੱਦ ਹੋ ਸਕਦੀ ਹੈ, ਕਿਉਂਕਿ 2 FIR ਦਾ ਵੀ ਜ਼ਿਕਰ ਹੈ ਨਾ ਕਿ ਇੱਕ ਵਿਜੀਲੈਂਸ ਕਰੀ ਖਲੋਤੀ ਆ ਤੇ ਇੱਕ CBI ਕਰੀ ਖਲੋਤੀ ਆ, ਕਿ ਇੱਕ ਮਾਮਲੇ ਦੇ ਵਿੱਚ 2 FIR ਕਿਵੇਂ। ਤਾਂ ਗਰਾਊਂਡਸ ਤਾਂ ਇਹਨਾਂ ਨੇ ਤਗੜੇ ਬਣਾਏ ਨੇ, ਤਾਂ ਦੇਖੋ ਹੁਣ ਕਿ ਕੀ ਹੁੰਦਾ ਹੈ। ਜੀ ਵੇਖਦੇ ਹਾਂ ਬਣਦਾ ਕੀ ਹੈ। ਉਧਰ BLO ਲਈ BLO ਜਿਹੜੇ ਨੇ ਵੱਖ-ਵੱਖ ਉਹਨਾਂ ਦੇ ਲਈ SIR ਕਾਲ ਬਣ ਕੇ ਆਈ ਹੈ। SIR ਹੁਣ ਕੰਮ ਤੇ ਲਾਊ ਇਹਨਾਂ ਨੂੰ ਚੰਗਾ। ਕੁਝ ਜਗ੍ਹਾ ਤਾਂ ਇਹ ਵੀ ਕਹਿਤਾ ਵੀ ਭਾਈ ਜਲਦੀ ਤਸਵੀਰਾਂ ਠੀਕ ਕਰੋ, ਜਿਹੜੀਆਂ ਵੋਟਰਾਂ ਦੀਆਂ ਗਲਤ ਲਾਈਆਂ ਨੇ, ਕਿਤੇ ਕੁੱਤਾ ਤੇ ਕਿਤੇ ਬਿੱਲੀ ਲਾਏ ਹੋਏ ਨੇ ਵੋਟਰ ਦੀ ਜਗ੍ਹਾ। ਦੇਖੋ SIR ਦੇ ਵਿੱਚ 19 ਦਿਨਾਂ ਦੇ ਵਿੱਚ 6 ਸਟੇਟਾਂ 'ਚ ਦੱਸਦੇ ਆ ਕਿ 15 BLO, ਤੇ ਹੁਣ ਇਹ ਗਿਣਤੀ ਜਿਹੜੀ 2-4 ਦਿਨਾਂ 'ਚ ਪਾ ਕੇ ਤੇ ਲਗਭਗ 20-22 ਦੇ ਆਸ-ਪਾਸ ਬਣਦੀ ਆ, ਕਿ ਜਿਹਦੇ 'ਚ ਕੁਝ ਸੁਸਾਈਡ ਕਰ ਗਏ ਆ, ਕੁਝ ਨੂੰ ਹਾਰਟ ਅਟੈਕ ਆਏ ਆ, ਕੁਝ ਹਾਦਸਿਆਂ ਦੇ ਵਿੱਚ ਚੱਲ ਬਸੇ ਆ। ਤਾਂ ਗੁਜਰਾਤ ਦੇ ਵਿੱਚ 4 ਦਿਨਾਂ ਦੇ ਅੰਦਰ ਹੀ 4 BLO ਮਰੇ ਆ, ਇੱਕ ਨੇ ਜਾਨ ਦਿੱਤੀ ਆ। ਬੰਗਾਲ ਦੇ ਵਿੱਚ 2 ਸੁਸਾਈਡ ਹੋ ਚੁੱਕੇ ਸਨ ਅੱਜ ਤੋਂ 4 ਦਿਨ ਪਹਿਲਾਂ। ਤਾਂ ਮਤਲਬ ਕਿ ਜੀ ਬਹੁਤ ਭਾਰੀ ਦਬਾਅ ਹੈ BLOs ਤੇ। ਇਹ ਤਾਂ ਤੁਸੀਂ ਜੀ ਮਤਲਬ ਕਿ ਛੋਟੀ ਗੱਲ ਕੀਤੀ ਆ ਕਿ ਬਈ ਫੋਟੋਆਂ ਫਾਟਵਾਂ ਠੀਕ ਕਰੋ, ਉਹਨਾਂ ਤੇ ਇੰਨਾ ਦਬਾਅ ਹੈ ਕਿ ਮਨੁੱਖੀ ਦਿਮਾਗ ਉਸ ਦਬਾਅ ਚੋਂ ਨਹੀਂ ਨਿਕਲ ਪਾ ਰਿਹਾ। ਜੀ ਤਾਂ ਇਹ ਕਾਲ ਬਣ ਗਿਆ ਵਾਕਿਆ SIR। ਤਾਂ ਹੁਣ ਕੁਝ ਥਾਵਾਂ ਤੇ ਤਾਂ ਗਿਆਨੇਸ਼ ਜਿਹੜੇ ਹੈਗੇ ਨੇ ਚੋਣ ਕਮਿਸ਼ਨਰ, ਉਹਨਾਂ ਤੇ ਜੀ ਡਾਇਰੈਕਟ FIR ਹੋਈ ਹੈ। ਬੰਗਾਲ ਦੇ ਵਿੱਚ ਇੱਕ ਬੀਬੀ ਨੇ ਖੁਦਕੁਸ਼ੀ ਕਰ ਲਈ, ਉਹਦੇ ਘਰ ਵਾਲੇ ਨੇ ਜਾ ਕੇ ਪਰਚਾ ਕਟਾਇਆ ਬਾਈ ਨੇ। ਜੀ ਮਤਲਬ ਇਹ ਆ ਕਿ ਪਰ ਹੁਣ ਕੀ ਆ, ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਮੋਦੀ ਸਰਕਾਰ ਨੇ ਇੱਕ ਕੰਮ ਕੀਤਾ ਸੀਗਾ ਕਿ ਇਹਨਾਂ ਨੇ ਤੇ ਕਾਨੂੰਨ ਹੀ ਬਣਾ ਦਿੱਤਾ ਕਿ ਜਿਹੜਾ ਚੋਣ ਕਮਿਸ਼ਨਰ ਰਹਿ ਗਿਆ ਉਹ ਆਪਣੇ ਕਾਰਜਕਾਲ 'ਚ ਜੋ ਮਰਜ਼ੀ ਕਰ ਜਾਵੇ, ਉਹਦੇ ਖਿਲਾਫ ਮੁਕੱਦਮਾ ਜਾਂ ਕਾਰਵਾਈ ਹੋ ਹੀ ਨਹੀਂ ਸਕਦੀ। ਤੇ ਤਾਂ ਹੀ ਜੀ ਤੇ SIR ਨੂੰ ਲਿਆਂਦਾ ਹੈ ਨਾ। ਹੁਣ ਖੁੱਲ ਕੇ ਖੇਡ ਰਹੇ ਨੇ ਗਿਆਨੇਸ਼ ਜੀ। ਪਤਾ ਪਹਿਲੇ ਜਿਹੜੇ ਸੀ ਅੱਜ ਤੱਕ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਬੈਠੇ ਨੇ, ਉਹਦਾ ਕੋਈ ਪਤਾ ਨਹੀਂ ਲੱਗਿਆ। ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਉਹ ਕਿੱਧਰ ਚਲੇ ਗਏ ਨੇ, ਜੀ ਅੱਜ ਤੱਕ ਉਹਨਾਂ ਦਾ ਪਤਾ ਨਹੀਂ ਹੈ ਕਿੱਥੇ ਰਹਿੰਦੇ ਨੇ। ਕੋਈ ਕਹਿੰਦਾ ਮਾਲਟਾ 'ਚ ਗਏ ਚਲੇ, ਕੋਈ ਕਹਿੰਦਾ ਪਤਾ ਨਹੀਂ ਕਿੱਥੋਂ ਕਿੱਥੇ ਇਦਾਂ ਦੇ ਮੁਲਕ ਬਸੇ ਹੋਏ ਨੇ। ਉਹ ਕਿੱਥੇ ਜਾ ਕੇ ਬਹਿ ਗਏ ਵਲੈਤ ਵਿੱਚ 94, ਉਹ ਕੀ ਪਤਾ ਕਿੱਥੇ ਬੈਠੇ ਨੇ। ਤਾਂ SIR ਨੇ ਤਾਂ ਜੇ ਤੁਸੀਂ ਵੇਖੋਗੇ ਤੇ BLO ਜਿਹੜੇ ਸਟੇਟਾਂ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਦੀ ਤੇ ਐਸੀ ਤੈਸੀ ਕਰ ਰੱਖੀ ਹੈ ਸਾਹਿਬ। ਇੰਨਾ ਦਬਾਅ ਆ ਕਿ ਗੱਲਾਂ ਹੀ ਛੱਡ ਦਿਓ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ।